दो मंगां तां मना आए आ, सरकार दो मंगां मन गई आ। हुण सरकार नूं भी असीं जाणदे आ ਉਹ ਕਿੰਨੀ ਸ਼ਾਤਰ ਆ, ਅਸੀਂ ਇਹ ਵੀ ਜਾਣਦੇ ਆ, ਔਰ ਮੰਗਾਂ ਮੰਨ ਕੇ ਉਹਨਾਂ ਨੂੰ ਮੁੱਕਰਨਾ ਵੀ ਆਉਂਦਾ। ਜਾ ਕੇ ਵੀ ਸਾਨੂੰ ਰਿਟਨ 'ਚ ਨਹੀਂ ਦੱਸੀ ਜਾਂ ਕਹੀ ਜਾਂ ਦਿਖਾਈ ਵੀ ਆਹ ਲਓ ਤੁਹਾਨੂੰ ਰਿਟਨ 'ਚ ਦਿੰਨੇ ਆ, ਤੁਹਾਡੀਆਂ ਦੋ ਮੰਗਾਂ ਮੰਨ ਲਈਆਂ। ਇਹ ਮੰਗਾਂ ਤਾਂ ਸਾਡੀਆਂ ਪੰਜਾਬ ਬੈਠੇ ਵੀ ਮੰਨਦੇ ਸੀ। ਕਲੋਜ਼ ਡੋਰ ਮੀਟਿੰਗਸ ਹੁਣ ਨਾ ਕਰੋ, ਕਿਉਂਕਿ ਸਟੇਕਸ ਇੰਨੇ ਜ਼ਿਆਦਾ ਹਾਈ ਆ। ਸੰਗਤ 'ਚ ਇੱਕ ਡਿਸਕਨੈਕਟ ਪੈਦਾ ਹੋ ਰਿਹਾ, ਇੱਥੇ ਬਹੁਤ ਵੱਡਾ ਡਿਸਕਨੈਕਟ ਆ, ਤੇ ਇਹ ਸੰਗਤ ਦੀ ਡਿਮਾਂਡ ਆ। ਤੁਸੀਂ ਇਨਸਿਕਿਉਰ ਹੀ ਇੰਨੇ ਹੋਏ ਹੋ ਵੀ ਇੱਥੇ ਸਟੇਜ ਨੂੰ ਆਏ ਪ੍ਰੋਟੈਕਟ ਕਰਕੇ ਰੱਖਿਆ ਵੀ ਇੱਥੇ ਸਾਡੇ ਵਿਰੁੱਧ ਕੋਈ ਆ ਕੇ ਗੱਲਬਾਤ ਨਾ ਕਰ ਜੇ। ਦੇਖੋ ਫਿਰ ਸਰਕਾਰ ਤੇ ਸਾਡੇ 'ਚ ਫਰਕ ਕੁਝ ਨਹੀਂ ਰਹਿ ਜਾਂਦਾ। ਸਿਸਟਮ ਆ ਉਹਦੇ 'ਚ ਜਾਣਾ ਚਾਹੀਦੀ ਆ, ਤੇ ਉਦੋਂ ਬਾਅਦ ਉਹਦਾ ਕੋਈ ਹੱਲ ਅਸੀਂ ਰਲ ਮਿਲ ਕੇ ਕੱਢੀਏ, ਸਮੱਸਿਆਵਾਂ ਨਾਲ ਨਜਿੱਠੀਏ। ਇਹ ਵੀ ਬੜੀ ਜ਼ਰੂਰੀ ਗੱਲ ਆ। ਸੋ ਗੱਲ ਇਹ ਆ ਵੀ ਮੈਂ ਵਾਰ-ਵਾਰ ਇਹ ਗੱਲ ਕਰਦਾ ਰਹਿਣਾ ਵੀ ਇੱਕ ਤਾਂ ਸੋਸ਼ਲ ਇਵੈਂਟਸ ਨੂੰ ਡੀਕੋਡੀਫਾਈ ਕਰਨ ਦੀ ਜਿਹੜੀ ਸਮਰੱਥਾ ਇਹ ਆਪਦੇ ਆਪ 'ਚ ਲੈ ਕੇ ਆਓ। ਪੋਲੀਟੀਕਲ ਅਵੇਅਰਨੈਸ ਇਸ ਟਾਈਮ ਸਾਡੇ ਲਈ ਬੜੀ ਜ਼ਰੂਰੀ ਆ। ਉਹ ਪੋਲੀਟੀਕਲ ਅਵੇਅਰਨੈਸ ਇਸ ਮੋਰਚੇ ਨੇ, ਇਸ ਸੰਘਰਸ਼ ਨੇ ਇਕੱਲੇ ਪੰਜਾਬ ਨੂੰ ਨਹੀਂ, ਇਸ ਪੂਰੇ ਖਿੱਤੇ ਨੂੰ ਦਿੱਤੀ ਆ। ਸੋ ਉਸ ਪੋਲੀਟੀਕਲ ਅਵੇਅਰਨੈਸ ਨੂੰ ਸਾਨੂੰ ਯੂਜ਼ ਕਰਨਾ ਚਾਹੀਦਾ। ਉਸ ਪੋਲੀਟੀਕਲ ਅਵੇਅਰਨੈਸ ਦੇ ਸੰਦਰਭ 'ਚ ਗੱਲਾਂ ਨੂੰ ਦੇਖਣਾ ਚਾਹੀਦਾ। ਅਗਲੀ ਗੱਲ ਆ, ਇੱਕ ਹੋਰ ਕਹਾਵਤ ਆ ਜਿਹਨੂੰ ਕਹਿੰਦੇ ਆ ਵੀ ਰੀਡ ਬਿਟਵੀਨ ਦ ਲਾਈਨਸ। ਜਿਹੜਾ ਰੀਡ ਬਿਟਵੀਨ ਦ ਲਾਈਨਸ ਵਾਲੀ ਕਹਾਵਤ ਆ ਨਾ, ਉਹਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਗੱਲ ਉਹ ਨਾ ਸਮਝੀ ਜਾਵੇ ਜੋ ਕਹੀ ਜਾ ਰਹੀ ਆ, ਗੱਲ ਉਹ ਸਮਝੀ ਜਾਵੇ ਜੋ ਉਹਦੇ ਵਿੱਚ ਕਹੀ ਨਹੀਂ ਗਈ, ਜਿਹਨੂੰ ਕਹਿੰਦੇ ਅਸੀਂ ਇੰਪਲਾਈਡ ਆ। ਹੁਣ ਇਹ ਗੱਲ ਆਪਾਂ ਕਿਉਂ ਕਰ ਰਹੇ ਹਾਂ, ਬੜੀ ਇੰਪੋਰਟੈਂਟ ਜਿਹੜੀ ਇੱਕ ਗੱਲ ਨੂੰ ਸਮਝਣਾ ਵੀ ਰੀਡ ਬਿਟਵੀਨ ਦ ਲਾਈਨਸ। ਪਿਛਲੇ ਦਿਨੀ ਜਦੋਂ ਮੀਟਿੰਗ ਹੋਈ 30 ਦਸੰਬਰ ਦੀ ਮੀਟਿੰਗ ਹੋਈ, ਸਾਡੇ ਜਥੇਬੰਦੀਆਂ ਦੇ ਆਗੂ ਸਰਕਾਰ ਨਾਲ ਮੀਟਿੰਗ ਕਰਕੇ ਆਏ। ਉਹਦੀ ਇੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਤੇ ਉਹ ਬੜੀ ਮੈਂ ਵੀ ਹੁਣੇ ਦੇਖੀ ਆ, ਜਿੱਥੇ ਪਿਊਸ਼ ਗੋਇਲ ਜਿਹੜੇ ਕਿ ਉਹਨਾਂ ਦੇ ਰੇਲਵੇ ਮੰਤਰੀ ਆ, ਉਹ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲ ਕਰਦੇ ਇਹ ਗੱਲ ਕਹਿ ਰਹੇ ਆ ਵੀ ਸਾਨੂੰ ਪਤਾ ਤੁਹਾਡੀ 40 ਬੰਦਿਆਂ ਦੀ ਸਾਡੇ ਕੋਲੇ ਲਿਸਟ ਹੈਗੀ ਆ, ਤੁਸੀਂ ਸਾਡੇ ਮੂੰਹ ਨਾ ਖੁਲਾਓ। ਹੁਣ ਇਹ ਬਹੁਤ ਸੀਰੀਅਸ ਸਟੇਟਮੈਂਟ ਆ ਜਾਂ ਐਲੀਗੇਸ਼ਨ ਆ, ਤੇ 2 ਦਿਨਾਂ ਤੱਕ ਇਸ ਸਟੇਟਮੈਂਟ ਤੇ ਇਸ ਐਲੀਗੇਸ਼ਨ ਤੇ ਕਿਸਾਨ ਜਥੇਬੰਦੀਆਂ ਵੱਲੋਂ ਕੋਈ ਜਵਾਬ ਨਹੀਂ ਆਉਂਦਾ। ਤੇ ਜਦੋਂ ਅਸੀਂ ਇਸ ਸੰਘਰਸ਼ ਦੀ ਅਹਿਮੀਅਤ ਨੂੰ ਦੇਖਦੇ ਹਾਂ, ਇਸ ਸੰਘਰਸ਼ ਨੂੰ ਸਮਝਦੇ ਹਾਂ, ਇੱਕ ਇਤਿਹਾਸਿਕ ਵਰਤਾਰੇ ਨੂੰ ਸਮਝਦੇ ਹਾਂ, ਤੇ ਬਾਰ-ਬਾਰ ਇਹ ਗੱਲ ਕਹਿ ਰਹੇ ਹਾਂ ਵੀ ਇਹ ਗਿਣਤੀਆਂ ਮਿੰਤੀਆਂ ਜਿਹੜੀਆਂ ਇਨਸਾਨਾਂ ਦੀਆਂ ਜਿਹੜੀਆਂ ਬੁੱਧੀਆਂ ਸੀ ਨਾ, ਜਾਂ ਉਹਨਾਂ ਦੀਆਂ ਬੌਧਿਕ ਲੈਵਲ ਦੀਆਂ ਗਿਣਤੀਆਂ ਮਿੰਤੀਆਂ ਸੀ, ਉਹ ਤੋਂ ਪਰਾਂ ਗੱਲ ਹੋਈ ਆ। ਕਿਸੇ ਨੇ ਨਹੀਂ ਸੋਚਿਆ ਸੀ ਪੰਜਾਬ ਬੈਠੇ ਨੇ ਵੀ ਅਸੀਂ ਇੱਥੇ ਆ ਕੇ ਦਿੱਲੀ ਘੇਰ ਕੇ ਬਹਿ ਜਾਾਂਗੇ ਤੇ ਐਡਾ ਵੱਡਾ ਪ੍ਰੈਸ਼ਰ ਕ੍ਰੀਏਟ ਕਰ ਦਾਂਗੇ ਸਰਕਾਰ ਤੇ ਨਾਲ ਜਿਹੜੀ ਲਾਮਬੰਦੀ ਹੋਈ ਆ ਉਹ ਵੀ ਬਾਕਮਾਲ ਆ। ਜਿਸ ਤਰ੍ਹਾਂ ਪਾਰਟਿਸਿਪੇਸ਼ਨ ਹੋਈ ਆ, ਕੱਲੇ ਪੰਜਾਬ ਹਰਿਆਣੇ 'ਚ ਨਹੀਂ, ਓਵਰਆਲ ਤੁਸੀਂ ਇਹ ਦੇਖੋ, ਜੇ ਬਾਹਰਲੀਆਂ ਜਿਹੜੀਆਂ ਧਰਤੀਆਂ ਅਮਰੀਕਾ ਦੀਆਂ, ਕੈਨੇਡਾ ਦੀਆਂ, ਇੰਗਲੈਂਡ ਦੀਆਂ, ਆਸਟ੍ਰੇਲੀਆ ਦੀਆਂ, ਉੱਥੇ ਕਿੱਡੀ ਵੱਡੀ, ਯੂਰਪ ਕਿੱਡੀ ਵੱਡੀ ਪਾਰਟਿਸਿਪੇਸ਼ਨ ਹੋਈ ਆ। ਸੋ ਜੇ ਇੱਕ ਸਰਕਾਰ ਦਾ ਮੰਤਰੀ ਇਹ ਗੱਲ ਕਹਿ ਰਿਹਾ ਵੀ ਸਾਡੇ ਕੋਲੇ ਲਿਸਟ ਆ 40 ਬੰਦਿਆਂ ਦੀ, ਸਾਡੇ ਮੂੰਹ ਨਾ ਖਿਲਾਓ, ਤਾਂ ਬਹੁਤ ਸੀਰੀਅਸ ਐਲੀਗੇਸ਼ਨ ਆ। ਹੁਣ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਇਹ ਗੱਲ ਜਦੋਂ ਉਸ ਮੰਤਰੀ ਤੋਂ ਸੁਣ ਰਹੇ ਸੀ, ਪਹਿਲਾਂ ਤਾਂ ਤੁਹਾਨੂੰ ਉੱਥੇ ਹੀ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਸੀ। ਅਗਲੀ ਗੱਲ ਆ 30 ਰਿਪਰੈਜ਼ੈਂਟੇਟਿਵ ਆ, ਤੇ ਕਿਹੜੇ 40 ਬੰਦਿਆਂ ਦੀ ਲਿਸਟ ਉਹ ਲਈ ਬੈਠੇ ਆ, ਤੇ ਉਹਨਾਂ 40 ਬੰਦਿਆਂ ਨੇ ਕੀਤਾ ਕੀ ਆ। ਕਿਤੇ ਇਹ ਨਾ ਹੋਵੇ ਤੁਹਾਡੀਆਂ ਕਿਸੇ ਕਮਜ਼ੋਰੀਆਂ ਦਾ ਫਾਇਦਾ, ਕੋਈ ਵੀ ਕਮਜ਼ੋਰੀ ਦਾ ਫਾਇਦਾ ਸਰਕਾਰ ਉਠਾ ਜੇ, ਤੇ ਇਸ ਸੰਘਰਸ਼ ਦੀ ਜਿਹੜੀ ਜਿੱਤ ਦਾ ਸਾਡੇ ਅੰਦਰ ਜਜ਼ਬਾ, ਜਾਂ ਅਸੀਂ ਅਰਦਾਸ ਕਰਦੇ ਹਾਂ ਵੀ ਇੱਥੇ ਸਾਡੀ ਮੋਰਚੇ 'ਚੋਂ ਜਿੱਤ ਹੋਵੇ, ਉਸ ਗੱਲ 'ਚ ਅਸੀਂ ਕਿਤੇ ਖਤਾ ਖਾ ਜਾਈਏ। ਸੋ ਸਟੇਕਸ ਆ ਜਿਹੜੇ ਉਹ ਬਹੁਤ ਹਾਈ ਆ। ਸਟੇਕਸ ਇੰਨੇ ਹਾਈ ਆ ਵੀ ਇੱਕ ਗੱਲ ਵਾਚੀ ਜਾ ਰਹੀ ਆ, ਇੱਕ ਗੱਲ ਦੇਖੀ ਜਾ ਰਹੀ ਆ। ਅਸੀਂ ਸਟੇਜ ਤੋਂ ਜਾ ਕੇ ਬੋਲੀਏ ਨਾ ਬੋਲੀਏ, ਇਹ ਬਹੁਤ ਵੱਡਾ ਮਸਲਾ ਨਹੀਂ ਆ। ਸਟੇਜ ਤੇ ਬੋਲਣਾ ਕੋਈ ਮਕਸਦ ਨਹੀਂ ਆ। ਗੱਲ ਇਹ ਆ ਵੀ ਅਸੀਂ ਤੁਹਾਨੂੰ ਬੈਠੇ ਹੋਏ ਦੇਖ ਰਹੇ ਆ, ਤੁਹਾਡਾ ਇੱਕ ਮੂਵ ਦੇਖ ਰਹੇ ਆ। ਅੱਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਅਗਵਾਈ 'ਚ ਤੁਸੀਂ ਸਿਰਫ ਅਗਵਾਈ ਇਹ ਕਰ ਰਹੇ ਹੋ ਵੀ ਸਰਕਾਰ ਨਾਲ ਟੇਬਲ ਤੇ ਜਾ ਕੇ ਬਹਿ ਕੇ ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰ ਰਹੇ ਹੋ, ਤੇ ਅਸੀਂ ਉਸ ਅਗਵਾਈ 'ਚ ਇਹ ਮੋਰਚਾ ਲੜ ਰਹੇ ਹਾਂ। ਸਾਡੀ ਰਿਪਰੈਜ਼ੈਂਟੇਸ਼ਨ ਵੀ ਉੱਥੇ ਕੋਈ ਨਹੀਂ ਜੋ ਕਿ ਐਟਲੀਸਟ
30 ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਨੂੰ ਇਹ ਗੱਲ ਮੰਨਣੀ ਚਾਹੀਦੀ ਸੀ ਜਾਂ ਇਹ ਜਜ਼ਬਾ ਦਿਖਾਉਣਾ ਚਾਹੀਦਾ ਸੀ ਜਾਂ ਇੱਕ ਟੀਮ ਸਪਿਰਿਟ ਦਿਖਾਉਣੀ ਚਾਹੀਦੀ ਸੀ ਵੀ ਤੁਹਾਡੀ ਵੀ ਇਸ ਸੰਘਰਸ਼ ਜਿਹੜੀ ਇੱਕ ਸ਼ਮੂਲੀਅਤ ਹੈਗੀ ਆ, ਤੁਹਾਡੀ ਕੰਟਰੀਬਿਊਸ਼ਨ ਵੀ ਹੈਗੀ ਆ, ਵੀ ਤੁਸੀਂ ਵੀ ਆਓ ਸਾਡੇ ਨਾਲ ਬਹਿ ਕੇ ਗੱਲ ਕਰੋ, ਆਪਾਂ ਇੱਕ ਟੀਮ ਸਪਿਰਿਟ ਨਾਲ ਚੱਲੀਏ। ਪਰ ਚਲੋ ਕੋਈ ਗੱਲ ਨਹੀਂ, ਜੇ ਨਹੀਂ ਹੋਈ ਅਸੀਂ ਤਾਂ ਵੀ ਇਹ ਕਹਿ ਰਹੇ ਹਾਂ ਵੀ ਤੁਸੀਂ ਅੱਗੇ ਲੱਗੇ ਹੋਏ ਹੋ, ਪਰ ਤੁਹਾਡੀਆਂ ਕਮਜ਼ੋਰੀਆਂ ਦਾ ਫਾਇਦਾ ਜੇ ਸਰਕਾਰ ਉਠਾਉਂਦੀ ਆ ਤਾਂ ਉਹ ਪੂਰੇ ਸੰਘਰਸ਼ ਲਈ, ਇਹਨਾਂ ਸੰਘਰਸ਼ੀ ਬੰਦਿਆਂ ਲਈ, ਇਸ ਖਿੱਤੇ ਲਈ ਬਹੁਤ ਵਧੀਆ ਗੱਲ ਨਹੀਂ ਹੋਊਗੀ। ਸੋ ਇਸ ਗੱਲ ਨੂੰ ਜੇ ਅਸੀਂ ਨਹੀਂ ਸਮਝਾਂਗੇ, ਉਸ ਸਟੇਟਮੈਂਟ ਦੀ ਜਿਹੜੀ ਜਵਾਬਦੇਹੀ ਉਹ ਦੇਣੀ ਬਣਦੀ ਆ ਵੀ ਉਹ ਗੱਲ ਕਿਉਂ ਕਹੀ ਗਈ ਤੇ ਤੁਹਾਡੀ ਇਹੋ ਜਿਹੀ ਕਿਹੜੀ ਕਮਜ਼ੋਰੀ ਆ ਜਿਹਦੀ ਲਿਸਟ ਜਾਂ ਜਿਹੜੇ ਬੰਦੇ ਆ ਉਹਨਾਂ ਦੀ ਲਿਸਟ ਸਰਕਾਰ ਬਣਾਈ ਬੈਠੀ ਆ। ਹੁਣ ਦੂਜੀ ਗੱਲ, ਜਿੱਦਣ 30 ਤਰੀਕ ਨੂੰ ਮੀਟਿੰਗ ਹੋਈ, ਉਸ ਮੀਟਿੰਗ 'ਚ ਤੁਸੀਂ ਬਾਰ-ਬਾਰ ਆ ਕੇ ਇਹ ਗੱਲ ਪ੍ਰਚਾਰੀ ਵੀ ਅਸੀਂ 2 ਮੰਗਾਂ ਤਾਂ ਮਨਾ ਆਏ ਆ, ਸਰਕਾਰ 2 ਮੰਗਾਂ ਮੰਨ ਗਈ ਆ। ਹੁਣ ਸਰਕਾਰ ਨੂੰ ਵੀ ਅਸੀਂ ਜਾਣਦੇ ਆ ਉਹ ਕਿੰਨੀ ਸ਼ਾਤਰ ਆ, ਅਸੀਂ ਇਹ ਵੀ ਜਾਣਦੇ ਆ, ਔਰ ਮੰਗਾਂ ਮੰਨ ਕੇ ਉਹਨਾਂ ਨੂੰ ਮੁੱਕਰਨਾ ਵੀ ਆਉਂਦਾ। ਜੇ ਤੁਸੀਂ ਇਸ ਵਰਬਲ ਕਮਿਟਮੈਂਟ ਤੇ ਆ ਕੇ ਇਹ ਗੱਲ ਰੱਖਦੇ ਹੋ ਔਰ ਸਰਕਾਰ ਨੇ ਕਿਤੇ ਵੀ ਇਹ ਗੱਲ ਜਾ ਕੇ ਵੀ ਸਾਨੂੰ ਰਿਟਨ 'ਚ ਨਹੀਂ ਦੱਸੀ ਜਾਂ ਕਹੀ ਜਾਂ ਦਿਖਾਈ ਵੀ ਆਹ ਲਓ ਤੁਹਾਨੂੰ ਰਿਟਨ 'ਚ ਦਿੰਨੇ ਆ, ਤੁਹਾਡੀਆਂ 2 ਮੰਗਾਂ ਮੰਨ ਲਈਆਂ, ਇਹ ਮੰਗਾਂ ਤਾਂ ਸਾਡੀਆਂ ਪੰਜਾਬ ਬੈਠੇ ਵੀ ਮੰਨਦੇ ਸੀ। ਸੋ ਇੱਥੇ ਕਿਹੜੀਆਂ ਸਾਡੀਆਂ ਉਹਨਾਂ ਨੇ ਮੰਗਾਂ ਮੰਨ ਲਈਆਂ ਔਰ ਇਹਨਾਂ ਮੰਗਾਂ ਦਾ ਤਾਂ ਸਾਡਾ ਰੌਲਾ ਹੀ ਨਹੀਂ ਆ। ਰੌਲਾ ਅਸਲ ਆ ਜਿਹੜਾ ਉਹ ਨਵੇਂ ਜਿਹੜੇ ਕਾਨੂੰਨ ਬਣਾਏ ਆ, ਨਿਊ ਫਾਰਮ ਲਾਜ਼ ਆ ਜਿਹੜੇ, ਰੌਲਾ ਤਾਂ ਉਹਨਾਂ ਦਾ। ਹੁਣ 4 ਤਰੀਕ ਦੀ ਮੀਟਿੰਗ ਇਸ ਖਾਤਰ ਬੜੀ ਇੰਪੋਰਟੈਂਟ ਆ। 4 ਤਰੀਕ ਦੀ ਮੀਟਿੰਗ ਤੇ ਲੋਕਾਂ ਦੀਆਂ ਆਸਾਂ ਤੁਸੀਂ ਆਪ ਹੀ ਟਿਕਾਈਆਂ ਔਰ ਮੇਰੀ ਬੇਨਤੀ ਇਹ ਆ ਸਾਡੇ ਆਗੂਆਂ ਨੂੰ ਵੀ 4 ਤਰੀਕ ਦੀ ਮੀਟਿੰਗ ਨੂੰ ਤੁਸੀਂ ਜਨਤਕ ਕਰੋ, ਕਿਉਂਕਿ ਟਰਾਂਸਪੇਰੈਂਸੀ, ਮੈਂ ਇੱਕ ਵਾਰੀ ਫੇਰ ਕਹਿ ਰਿਹਾ, ਟਰਾਂਸਪੇਰੈਂਸੀ ਜਿਹੜੀ ਪਾਰਦਰਸ਼ਤਾ ਉਹ ਬਹੁਤ ਜ਼ਿਆਦਾ ਜ਼ਰੂਰੀ ਆ। ਸਾਨੂੰ ਪਤਾ ਹੋਣਾ ਚਾਹੀਦਾ ਸਾਡੇ ਆਗੂ ਸਰਕਾਰ ਨਾਲ ਜਾ ਕੇ ਕੀ ਗੱਲ ਕਰ ਰਹੇ ਆ, ਸਾਡੀਆਂ ਕਿਹੜੀਆਂ ਗੱਲਾਂ ਰੱਖ ਰਹੇ ਆ ਜਾਂ ਸਾਡੀਆਂ ਗੱਲਾਂ ਦਾ ਜਿਹੜਾ ਉਹਦੀ ਹੱਕਾਂ ਦੀ ਰਾਖੀ ਕਿਵੇਂ ਕੀਤੀ ਜਾ ਰਹੀ ਆ। ਕਲੋਜ਼ ਡੋਰ ਮੀਟਿੰਗਸ ਹੁਣ ਨਾ ਕਰੋ ਕਿਉਂਕਿ ਸਟੇਕਸ ਇੰਨੇ ਜ਼ਿਆਦਾ ਹਾਈ ਆ, ਸੰਗਤ 'ਚ ਇੱਕ ਡਿਸਕਨੈਕਟ ਪੈਦਾ ਹੋ ਰਿਹਾ, ਇੱਥੇ ਬਹੁਤ ਵੱਡਾ ਡਿਸਕਨੈਕਟ ਆ ਤੇ ਇਹ ਸੰਗਤ ਦੀ ਡਿਮਾਂਡ ਆ ਵੀ ਜਿਹੜੀ ਮੀਟਿੰਗ ਹੋਵੇ ਉਹ ਕਿਸਾਨ ਏਕਤਾ ਮੋਰਚਾ ਜਿਹੜਾ ਅਸੀਂ ਪੇਜ ਬਣਾਇਆ ਉਹਨੂੰ ਤੁਸੀਂ ਲਾਈਵ ਕਰ ਦਿਓ ਤੇ ਜਨਤਕ ਕਰੋ, ਆਪਦੀ ਜਿਹੜੀ ਗੱਲਬਾਤ ਆ ਉਹਨੂੰ ਜਨਤਕ ਕਰੋ ਤਾਂ ਕਿ ਲੋਕਾਂ ਨੂੰ ਤੇ ਸਾਨੂੰ ਪਤਾ ਲੱਗੇ ਵੀ ਸਾਡੇ ਹੱਕਾਂ ਦੀ ਰਾਖੀ ਤੇ ਸਾਡੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਜਾ ਰਹੀ ਆ। ਅਗਲੀ ਗੱਲ ਜਿਹੜੀ ਮੈਂ ਫੇਰ ਤੁਹਾਨੂੰ ਬੇਨਤੀ ਕਰ ਰਿਹਾ ਵੀ ਇੱਕ ਤਾਂ ਅਸੀਂ ਟੀਮ ਵਰਕ ਕਰਕੇ ਚੱਲੀਏ, ਅਸੀਂ ਏਕਾ ਤੋੜਨਾ ਨਹੀਂ ਚਾਹੁੰਦੇ, ਸਾਨੂੰ ਏਕਾ ਬਣਾਈ ਰੱਖਣਾ ਚਾਹੀਦਾ। ਸਾਡੇ ਏਕੇ ਤੋਂ ਹੀ ਉਹ ਡਰਦੇ ਆ, ਪਰ ਇਹਦਾ ਮਤਲਬ ਇਹ ਨਹੀਂ ਅਸੀਂ ਗੱਲਬਾਤ ਕਰਨੀ ਛੱਡ ਦਈਏ। ਅਸੀਂ ਆਪਸ 'ਚ ਟੀਮ ਸਪਿਰਿਟ ਤਾਂ ਹੁਣ ਤੁਸੀਂ ਇਨਸਿਕਿਉਰ ਹੀ ਇੰਨੇ ਹੋਏ ਹੋ ਵੀ ਇੱਥੇ ਸਟੇਜ ਨੂੰ ਆਏ ਪ੍ਰੋਟੈਕਟ ਕਰਕੇ ਰੱਖਿਆ ਵੀ ਇੱਥੇ ਸਾਡੇ ਵਿਰੁੱਧ ਕੋਈ ਆ ਕੇ ਗੱਲਬਾਤ ਨਾ ਕਰ ਜੇ। ਦੇਖੋ ਫਿਰ ਸਰਕਾਰ ਤੇ ਸਾਡੇ 'ਚ ਫਰਕ ਕੁਝ ਨਹੀਂ ਰਹਿ ਜਾਂਦਾ। ਇੰਨੀ ਨਿਰਦਈ ਤੇ ਜ਼ਾਲਮ ਸਰਕਾਰ ਆ, ਅਸੀਂ ਉਵੇਂ ਬਿਹੇਵ ਨਹੀਂ ਕਰ ਸਕਦੇ। ਸਾਨੂੰ ਇੱਕ ਤਾਂ ਟੀਮ ਵਰਕ ਨਾਲ ਚੱਲਣਾ ਚਾਹੀਦਾ। ਸਾਡੀ ਰਿਪਰੈਜ਼ੈਂਟੇਸ਼ਨ ਵੀ ਬਣਦੀ ਆ, ਉਸ ਰਿਪਰੈਜ਼ੈਂਟੇਸ਼ਨ ਨੂੰ ਮੈਂ ਤੁਹਾਨੂੰ ਅਰਜ਼ ਕਰਦਾ, ਬੇਨਤੀ ਕਰਦਾ ਵੀ ਉਸ ਰਿਪਰੈਜ਼ੈਂਟੇਸ਼ਨ ਨੂੰ ਤੁਸੀਂ ਆਪਦੇ ਆਪ 'ਚ ਵਿਚਾਰੋ ਤੇ ਉਸ ਰਿਪਰੈਜ਼ੈਂਟੇਸ਼ਨ ਨੂੰ ਵੀ ਹਾਂ ਕਹੋ ਤਾਂ ਕਿ ਤੁਹਾਡੇ ਨਾਲ ਆ ਕੇ 2-4 ਗੱਲਾਂ ਸਾਂਝੀਆਂ ਕਰ ਸਕਣ। ਤੁਸੀਂ ਤਾਂ ਗੱਲਾਂ ਹੀ ਨਹੀਂ ਸੁਣ ਰਹੇ, ਤੁਸੀਂ ਸਾਡੇ ਨਾਲ ਗੱਲਬਾਤ ਹੀ ਨਹੀਂ ਸੁਣ ਰਹੇ, ਬਾਰ-ਬਾਰ ਸੋਸ਼ਲ ਮੀਡੀਆ ਜਰੀਏ ਤੁਹਾਨੂੰ ਆ ਕੇ ਗੱਲਾਂ ਕਰਨੀਆਂ ਪੈ ਜਾਂਦੀਆਂ। ਤਾਂ ਇਹ ਸਾਡੇ ਲਈ ਐਜ਼ ਅ ਟੀਮ ਬਹੁਤ ਵਧੀਆ ਗੱਲ ਨਹੀਂ ਆ। ਜੇ ਸਾਡੇ ਆਗੂ ਉਹਨਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਹੱਥ ਜੋੜ ਕੇ ਬੇਨਤੀ ਆ ਉਹਨਾਂ ਨੂੰ ਵੀ ਸਾਡਾ ਏਕਾ ਬਣਾਈ ਰੱਖੀਏ। ਸਾਡੇ ਏਕੇ ਤੋਂ ਹੀ ਸਰਕਾਰ ਡਰ ਰਹੀ ਆ ਤੇ ਸਾਡੀ ਜਿਹੜੀ ਰਿਪਰੈਜ਼ੈਂਟੇਸ਼ਨ ਆ ਉਹ ਲਓ, ਕਿਉਂਕਿ ਅਸੀਂ ਵੀ ਆ ਕੇ ਕੁਛ ਨਾ ਕੁਛ ਆਪਦੇ ਸੁਝਾਅ ਦੇ ਸਕੀਏ। ਸਾਡੇ ਕੋਲੇ ਸੰਗਤ ਦੇ ਬਹੁਤ ਸੁਝਾਅ ਆਉਂਦੇ ਆ, ਬਾਹਰਲੀ ਸੰਗਤ ਦੇ ਬੜੇ ਸੁਝਾਅ ਆਉਂਦੇ ਆ। ਸੋ ਉਹ ਆਈਡੀਆਜ਼ ਆ ਜਿਹੜੇ ਉਹ ਕੰਮ ਆਉਣਗੇ, ਉਹ ਇਸ ਕਰਕੇ ਆਉਣਗੇ ਕਿਉਂਕਿ ਕੋਈ ਪ੍ਰੋਗਰਾਮ ਵੀ ਨਹੀਂ ਦਿੱਤੇ ਜਾ ਰਹੇ। ਜਦੋਂ ਪ੍ਰੋਗਰਾਮ ਹੀ ਨਹੀਂ ਦਿੱਤੇ ਜਾ ਰਹੇ ਤਾਂ ਲੋਕ ਵਾਰ-ਵਾਰ ਸਵਾਲ ਕਰ ਰਹੇ ਆ। ਲੋਕਾਂ ਦਾ ਇੱਕ ਕਨੈਕਟ ਆ ਜਿਹੜਾ ਉਹ ਟੁੱਟ ਰਿਹਾ, ਡਿਸਕਨੈਕਟ ਪੈਦਾ ਹੋ ਰਿਹਾ। ਇਸ ਗੱਲ ਨੂੰ ਸਮਝਿਆ ਜਾਵੇ ਵੀ ਅਸੀਂ ਲੋਕਾਂ 'ਚ ਪ੍ਰੋਗਰਾਮ ਵੀ ਦਈਏ। ਠੀਕ ਆ, ਇੱਕ ਤਾਂ ਪ੍ਰੈਸ਼ਰ ਪੁਆਇੰਟ ਕ੍ਰੀਏਟ ਕਰਨਾ ਹੁੰਦਾ ਉਸ ਪ੍ਰੋਗਰਾਮ ਨੇ, ਪਰ ਨਾਲ ਉਹੋ ਜਿਹੇ ਪ੍ਰੋਗਰਾਮ ਵੀ ਦਿੱਤੇ ਜਾ ਸਕਦੇ ਆ ਜਿਹੜੇ ਪ੍ਰੋਗਰਾਮ ਇੱਥੇ ਪੋਲੀਟੀਕਲ ਅਵੇਅਰਨੈਸ ਪੈਦਾ ਕਰ ਸਕਦੇ ਆ। ਸਾਡਾ ਨੈਰੇਟਿਵ ਕੀ ਆ, ਉਹ ਨੈਰੇਟਿਵ ਦੁਨੀਆ ਤੱਕ ਪਹੁੰਚ ਸਕਦਾ, ਉਹ ਅਵੇਅਰਨੈਸ ਪੈਦਾ ਕੀਤੀ ਜਾ ਸਕਦੀ ਆ। ਸੋ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਬੇਨਤੀ ਆ, ਅਸੀਂ ਤੁਹਾਡੀ ਅਗਵਾਈ 'ਚ ਚੱਲ ਰਹੇ ਆ
ਪਰ ਇਹਦਾ ਮਤਲਬ ਇਹ ਨਹੀਂ ਅਸੀਂ ਤੁਹਾਨੂੰ ਜਾਂ ਜੋ ਵਰਤਾਰੇ ਚੱਲ ਰਹੇ ਆ, ਜਿਸ ਤਰ੍ਹਾਂ ਦੀਆਂ ਮੀਟਿੰਗਸ ਹੋ ਰਹੀਆਂ ਜਾਂ ਆਊਟਕਮ ਆ, ਉਹਨੂੰ ਦੇਖ ਨਹੀਂ ਰਹੇ। ਸੋ ਇੱਕ ਵਾਰੀ ਫੇਰ ਮੇਰੀ ਬੇਨਤੀ ਇਹ ਆ ਵੀ ਅਸੀਂ ਟਰਾਂਸਪੇਰੈਂਸੀ ਪਾਰਦਰਸ਼ਤਾ ਨੂੰ ਲੈ ਕੇ ਆਈਏ, ਮੀਟਿੰਗ ਨੂੰ ਜਨਤਕ ਕਰੋ। ਐਂਡ ਅਗਲੀ ਗੱਲ ਆ ਜਿਹੜੀ ਵੀ ਅਸੀਂ ਟੀਮ ਵਰਕ ਬਣਾ ਕੇ ਚੱਲੀਏ। ਟੀਮ ਵਰਕ ਤੋਂ ਬਿਨਾ ਕਿਤੇ ਨਾ ਕਿਤੇ ਖਤਾ ਖਾ ਸਕਦੇ ਆ। ਸੋ ਇੰਨੀਆਂ ਕੁ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ। ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ੍ਰੀ ਅਕਾਲ ਜੀ।